ਮਾਲਕਣ ਇਹੋ ਜਿਹੀਆਂ ਕੁੜੀਆਂ ਨੂੰ ਆਪਣੇ ਕੋਠੇ 'ਤੇ ਰੱਖਣਾ ਚੰਗੀ ਗੱਲ ਨਹੀਂ ਹੋਵੇਗੀ। ਇਸ ਲਈ ਸਾਡੇ ਸਾਰਿਆਂ ਦਾ ਭਲਾ ਇਸ ਵਿੱਚ ਹੈ ਕਿ ਉਸ 'ਤੇ ਲੱਗੇ ਪੈਸਿਆਂ ਦੀ ਵਸੂਲੀ ਕਰਕੇ ਉਸ ਨੂੰ ਖ਼ਤਮ ਕਰ ਦਿੱਤਾ ਜਾਵੇ ਤੇ ਬਾਕੀ ਕੁੜੀਆਂ ਵਿੱਚ ਉਸ ਦਾ ਡਰ ਬਣਿਆ ਰਹੇਗਾ, ਜਿਸ ਨਾਲ ਸਾਡਾ ਧੰਦਾ ਚੰਗੀ ਤਰ੍ਹਾਂ ਚੱਲਦਾ ਰਹੇਗਾ। ਰਾਜਾ, ਇਸ ਤਰ੍ਹਾਂ ਤਾਂ ਇੱਕ ਕੁੜੀ ਘੱਟ ਹੋ ਜਾਵੇਗੀ ਤੇ ਅਸੀਂ ਬੋਲੀ ਲਈ ਅੱਜ ਲੋਕਾਂ ਨੂੰ ਬੁਲਾਇਆ ਹੈ। ਪਾਸ਼ੋ ਬਾਈ ਨੇ ਕਿਹਾ। ਕੋਈ ਗੱਲ ਨਹੀਂ ਮਾਲਕਣ, ਅੱਜ ਸਿਰਫ ਉਸਦੇ ਸਰੀਰ ਦੀ ਬੋਲੀ ਹੋਵੇਗੀ, ਬਾਕੀ 4 ਕੁੜੀਆਂ ਦੀ ਬੋਲੀ ਕੱਲ੍ਹ ਨੂੰ ਹੋਵੇਗੀ। ਤੇ ਜਿੱਥੋਂ ਤੱਕ ਕੁੜੀਆਂ ਦਾ ਸਵਾਲ ਹੈ, ਸਾਡੇ ਮੁੰਡੇ ਦਿਨ ਰਾਤ ਹਰ ਸ਼ਹਿਰ ਤੇ ਹਰ ਕਾਲਜ ਸਕੂਲ ਦੇ ਆਲੇ ਦੁਆਲੇ ਕੁੜੀਆਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਹਨਾਂ ਨੂੰ ਫਸਾ ਕੇ ਲਿਆ ਵੀ ਰਹੇ ਹਨ। ਤੁਸੀਂ ਫਿਕਰ ਨਾ ਕਰੋ, ਜੇ ਇੱਕ ਗਈ ਤਾਂ 4 ਹੋਰ ਆ ਜਾਣਗੀਆਂ। ਰਾਜਾ ਨੇ ਕਿਹਾ। ਠੀਕ ਹੈ ਰਾਜਾ, ਜਿਵੇਂ ਤੂੰ ਠੀਕ ਸਮਝਦਾ ਹੈ, ਮੈਂ ਗਾਹਕ ਭੇਜਦੀ ਹਾਂ, ਪਾਸ਼ੋ ਬਾਈ ਨੇ ਕਿਹਾ। ਇਸ ਤੋਂ ਬਾਅਦ ਰਾਜਾ ਦੇ ਮੁਤਾਬਿਕ ਪਾਸ਼ੋ ਬਾਈ ਨੇ ਆਪਣੇ ਸਾਰੇ ਗਾਹਕਾਂ ਨੂੰ ਉਸ ਲੜਕੀ ਨਾਲ ਸੌਣ ਲਈ ਬੁੱਕ ਕਰਨਾ ਸ਼ੁਰੂ ਕਰ ਦਿੱਤਾ ਤੇ ਗਾਹਕਾਂ ਨੂੰ ਵਾਰੀ-ਵਾਰੀ ਉਸਦੇ ਕਮਰੇ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਉਹ ਕੁੜੀ ਰੋ ਚੀਕ ਰਹੀ ਸੀ ਤੇ ਨੰਗੀ ਹਾਲਤ ਵਿੱਚ ਆਪਣੀਆਂ ਲੱਤਾਂ ਬਾਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਰੱਸੀਆਂ ਦੀ ਮਜ਼ਬੂਤੀ ਉਸਦੀ ਹਿੰਮਤ ਤੇ ਦਲੇਰੀ ਨਾਲੋਂ ਜ਼ਿਆਦਾ ਮਜ਼ਬੂਤ ਸੀ ਤੇ ਰੱਸੀ ਨੂੰ ਵਾਰ-ਵਾਰ ਖਿੱਚਣ ਕਾਰਨ ਉਸਦੇ ਹੱਥਾਂ ਪੈਰਾਂ ਤੇ ਵੀ ਜ਼ਖਮ ਹੋ ਗਏ ਸਨ। ਉਦੋਂ ਹੀ ਇੱਕ ਅਧਖੜ ਉਮਰ ਦਾ ਵਿਅਕਤੀ ਮੁਸਕਰਾਉਂਦਾ ਹੋਇਆ ਕਮਰੇ ਵਿੱਚ ਦਾਖਲ ਹੋਇਆ ਤੇ ਉਸ ਨੂੰ ਵੇਖ ਕੇ ਬੋਲਿਆ, ਵਾਹ, ਇਹ ਤਾਂ ਪਹਿਲਾਂ ਹੀ ਆਪਣੇ ਸਾਰੇ ਕੱਪੜੇ ਉਤਾਰ ਕੇ ਲੇਟੀ ਹੈ, ਬਹੁਤ ਮਜ਼ਾ ਆਵੇਗਾ, ਕਮਾਲ ਦੀ ਸੋਹਣੀ ਚੀਜ਼ ਹੈ। ਫਿਰ ਉਸਨੇ ਸੱਜੇ ਪਾਸੇ ਖਲੋਤੇ ਦਲਗੀਰ ਨੂੰ ਕਿਹਾ, ਯਾਰ ਜੇ ਇਸ ਨੂੰ ਬੰਨ੍ਹ ਕੇ ਰੱਖੋਗੇ ਤਾਂ ਮੋੜ ਕੇ ਕਿਵੇਂ ਕਰਾਂਗੇ? ਉਹ ਜਨਾਬ, ਇਹ ਗਰਮ ਮਿਰਚ ਹੈ, ਤੁਸੀਂ ਸਾਹਮਣੇ ਤੋਂ ਇੰਨੇ ਖੁਸ਼ ਹੋਵੋਗੇ ਕਿ ਤੁਹਾਨੂੰ ਪਿੱਛੇ ਮੋੜਨ ਦੀ ਲੋੜ ਨਹੀਂ ਪਵੇਗੀ। ਠੀਕ ਹੈ ਭਾਈ, ਹੁਣ ਕਮਰਾ ਵੀ ਖਾਲੀ ਕਰੋ ਤੇ ਮੈਨੂੰ ਆਨੰਦ ਲੈਣ ਦਿਓ। ਠੀਕ ਹੈ ਜਨਾਬ, ਮੌਜ ਕਰੋ, ਮੈਂ ਹੁਣੇ ਕਮਰਾ ਖਾਲੀ ਕਰਵਾ ਦਿੰਦਾ ਹਾਂ। ਕਹਿੰਦਿਆਂ ਹੋਇਆਂ ਦਲਗੀਰ ਨੇ ਉਹਨਾਂ 4 ਕੁੜੀਆਂ ਵੱਲ ਇਸ਼ਾਰਾ ਕੀਤਾ ਤੇ ਉਹਨਾਂ ਨੂੰ ਉਸੇ ਕਮਰੇ ਦੇ ਨਾਲ ਲੱਗਦੇ ਇੱਕ ਹੋਰ ਕਮਰੇ ਵਿੱਚ ਲੈ ਗਿਆ ਤੇ ਕਿਹਾ, ਨਾ ਕਰਨ ਵਾਲੇ ਦੀਆਂ ਚੀਕਾਂ ਤੇ ਦਰਦ ਸੁਣੋ। ਹੁਣ ਤੁਸੀਂ ਵੀ ਜੇਕਰ ਉਸ ਤੋਂ ਬਾਅਦ ਕੋਈ ਨਾ ਕਰਨਾ ਚਾਹੁੰਦੀ ਹੈ ਤਾਂ ਇਸ ਬਾਰੇ ਸੋਚ ਲੈਣਾ। ਚਾਰੋਂ ਕੁੜੀਆਂ ਡਰ ਕੇ ਚੁੱਪਚਾਪ ਖੜੀਆਂ ਸਨ ਤੇ ਉਧਰ ਬੈੱਡ ਤੇ ਬੰਨੀ ਕੁੜੀ ਨਾਲ ਬਲਾਤਕਾਰ ਹੋਣਾ ਸ਼ੁਰੂ ਹੋ ਗਿਆ। ਵਾਸਨਾ ਦੇ ਭੁੱਖੇ ਭੇੜੀਏ ਵਾਂਗ ਉਹ ਅਧਖੜ ਉਮਰ ਦਾ ਆਦਮੀ ਉਸ ਕੁੜੀ ਦੀ ਜਵਾਨੀ ਨੂੰ ਨੋਚ ਰਿਹਾ ਸੀ ਤੇ ਉਹ ਕੁੜੀ ਦਰਦ ਨਾਲ ਚੀਕ ਰਹੀ ਸੀ ਤੇ ਉਹ ਵਿਅਕਤੀ ਮੁਸਕਰਾਉਂਦੇ ਹੋਏ ਉਸਦੇ ਸਰੀਰ ਨੂੰ ਲੁੱਟ ਕੇ ਮਜ਼ੇ ਕਰ ਰਿਹਾ ਸੀ। ਇੱਕ-ਇੱਕ ਕਰਕੇ ਆਦਮੀ ਉਸ ਕਮਰੇ ਵਿੱਚ ਆ ਰਹੇ ਸਨ ਤੇ ਉਸ ਕੁੜੀ ਨਾਲ ਬਲਾਤਕਾਰ ਕੀਤਾ ਜਾ ਰਿਹਾ ਸੀ। ਉਸ ਦਾ ਸਰੀਰ ਭੁੱਖੇ ਭੇੜੀਆਂ ਵਾਂਗ ਨੋਚਦੇ ਜਾ ਰਹੇ ਸੀ ਤੇ ਉਹ ਕੁੜੀ ਆਪਣੇ ਦਰਦ ਨਾਲ ਰੋ ਰਹੀ ਸੀ, ਚੀਕ ਰਹੀ ਸੀ ਤੇ ਬੈੱਡ ਲਗਾਤਾਰ ਖੂਨ ਨਾਲ ਲਾਲ ਹੋ ਰਿਹਾ ਸੀ। ਉਸ ਦੀ ਆਵਾਜ਼ ਸਾਰੇ ਕੋਠੇ ਵਿੱਚ ਗੂੰਜ ਰਹੀ ਸੀ ਤੇ ਉੱਥੇ ਮੌਜੂਦ ਸਾਰੀਆਂ ਕੁੜੀਆਂ ਉਸ ਆਵਾਜ਼ ਤੇ ਦਰਦ ਤੇ ਚੀਕ ਕਾਰਨ ਡਰ ਗਈਆਂ। ਉਸ ਨਾਲ ਲਗਾਤਾਰ ਇੱਕ ਤੋਂ ਬਾਅਦ ਇੱਕ ਬਲਾਤਕਾਰ ਕੀਤਾ ਜਾ ਰਿਹਾ ਸੀ। ਹੁਣ ਉਹ ਕੁੜੀ ਇਸ ਬਲਾਤਕਾਰ ਦੀ ਪੀੜ ਤੇ ਵਾਸ਼ਨਾ ਦੇ ਭੁੱਖੇ ਭੇੜੀਆਂ ਦੀ ਹਵਸ ਨੂੰ ਪੂਰਾ ਕਰਦੀ ਹੋਈ ਹੌਲੀ-ਹੌਲੀ ਕਮਜ਼ੋਰ ਹੁੰਦੀ ਜਾ ਰਹੀ ਸੀ। ਪਰ ਵਾਸ਼ਨਾ ਦੇ ਭੁੱਖੇ ਬੰਦਿਆਂ ਨੂੰ ਇਸ ਦੀ ਚਿੰਤਾ ਕਿੱਥੇ ਸੀ? ਉਹ ਤਾਂ ਬਸ ਉਸਦੇ ਸਰੀਰ ਨਾਲ ਖੇਡਣਾ ਤੇ ਉਸ ਨੂੰ ਲੁੱਟਣਾ ਚਾਹੁੰਦੇ ਸੀ ਤੇ ਇਹ ਲਗਾਤਾਰ ਹੋ ਰਿਹਾ ਸੀ। ਉਸ ਦਰਦ ਨਾਲ ਚੀਕਦਿਆਂ ਹੋਇਆਂ ਉਹ ਕੁੜੀ ਹੁਣ ਬੇਹੋਸ਼ੀ ਵੱਲ ਵੱਧ ਰਹੀ ਸੀ ਤੇ ਹੌਲੀ-ਹੌਲੀ ਜਿਵੇਂ ਸੂਰਜ ਡੁੱਬ ਰਿਹਾ ਸੀ, ਸ਼ਾਮ ਦਾ ਹਨੇਰਾ ਫੈਲ ਰਿਹਾ ਸੀ, ਇਸੇ ਤਰ੍ਹਾਂ ਉਸਦੇ ਜੀਵਨ ਤੇ ਸੰਘਰਸ਼ ਦਾ ਸੂਰਜ ਵੀ ਡੁੱਬ ਰਿਹਾ ਸੀ। ਉਸਦੀ ਹਾਰ ਤੇ ਮੌਤ ਉਸ 'ਤੇ ਹਾਵੀ ਹੋ ਰਹੀ ਸੀ। ਵੇਖਦੇ ਹੀ ਵੇਖਦੇ ਉਸਨੇ ਦਰਦ ਨਾਲ ਚੀਕਦੇ ਹੋਏ ਉੱਥੇ ਹੀ ਦਮ ਤੋੜ ਦਿੱਤਾ। ਇਹ ਖਬਰ ਰਾਜਾ ਤੱਕ ਪਹੁੰਚ ਗਈ। ਰਾਜਾ ਨੇ ਕਿਹਾ, ਕੋਈ ਗੱਲ ਨਹੀਂ, ਅਸੀਂ ਇਹ ਸੌਦਾ ਮੁਨਾਫੇ ਨਾਲ ਕੀਤਾ ਹੈ, ਹੁਣ ਜਾ ਕੇ ਉਸਨੂੰ ਨਦੀ ਵਿੱਚ ਸੁੱਟ ਦਿਓ। ਜੇ ਕੋਈ ਹਜੇ ਵੀ ਨਾ ਕਰ ਰਹੀ ਹੈ ਤਾਂ ਮੈਨੂੰ ਦੱਸ ਦੇਣਾ। ਦਲਗੀਰ ਸਵੇਰ ਦੇ 8 ਵਜੇ ਸਨ। ਪਾਰਸ ਆਪਣੀ ਵੱਡੀ ਚਮਕੀਲੀ ਗੱਡੀ ਲੈ ਕੇ ਕਾਲਜ ਕੈਂਪਸ ਦੇ ਨੇੜੇ ਪਹੁੰਚਿਆ ਤੇ ਫਿਰ ਉਸਨੇ ਬਾਨੀ ਨੂੰ ਫੋਨ ਕਰਕੇ ਬੁਲਾਇਆ। ਫਿਰ ਥੋੜ੍ਹੀ ਦੇਰ ਬਾਅਦ ਬਾਨੀ ਨੀਲੇ ਰੰਗ ਦਾ ਸਲਵਾਰ ਸੂਟ ਪਾ ਕੇ, ਮੋਢਿਆਂ ਤੋਂ ਹੇਠਾਂ ਲਟਕਦੇ ਵਾਲ, ਗੁਲਾਬੀ ਬੁੱਲ, ਗੋਰੇ ਗੱਲ੍ਹਾਂ ਤੇ ਲਾਲੀ ਤੇ ਮੁਸਕਰਾਉਂਦੇ ਹੋਏ ਬੁੱਲ੍ਹਾਂ ਨਾਲ ਬਾਨੀ ਕਾਲਜ ਕੈਂਪਸ ਤੋਂ ਬਾਹਰ ਆਈ ਤੇ ਹੱਸਦੇ ਹੋਏ ਬੋਲੀ, ਯਾਰ ਪਾਰਸ, ਥੋੜ੍ਹੀ ਤਾਂ ਉਡੀਕ ਕਰ ਲਿਆ ਕਰੋ। ਬਾਨੀ, ਤੂੰ ਇੱਕ ਨਸ਼ਾ ਹੈ, ਤੂੰ ਬਹੁਤ ਸੋਹਣੀ ਹੈ, ਤੈਨੂੰ ਵੇਖਣ ਤੋਂ ਬਾਅਦ ਮੈਂ ਹੀ ਨਹੀਂ ਕਿਸੇ ਤੋਂ ਵੀ ਤੇਰੀ ਉਡੀਕ ਨਹੀਂ ਹੋਣੀ। ਪਾਰਸ ਨੇ ਮੁਸਕਰਾਉਂਦੇ ਹੋਏ ਕਾਰ ਦਾ ਦਰਵਾਜ਼ਾ ਖੋਲ੍ਹਿਆ। ਬਾਨੀ ਅੰਦਰ ਬੈਠ ਗਈ ਤੇ ਫਿਰ ਪਾਰਸ ਡਰਾਈਵਿੰਗ ਸੀਟ ਤੇ ਬੈਠ ਗਿਆ ਤੇ ਕਾਰ ਸਟਾਰਟ ਕਰਕੇ ਘੁੰਮਣ ਚਲੇ ਗਏ। ਕਰੀਬ 1 ਘੰਟਾ ਸੜਕ ਤੇ ਦੌੜਦੀ ਹੋਈ ਗੱਡੀ ਸ਼ਹਿਰ ਦੇ ਹਾਈਵੇ ਤੇ ਪਹੁੰਚ ਗਈ। ਪਾਰਸ ਮੁਸਕਰਾਉਂਦਾ ਹੋਇਆ ਬਾਨੀ ਨਾਲ ਗੱਲ ਕਰਦਾ ਹੋਇਆ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸ ਲਈ ਬਾਨੀ ਨੇ ਕਿਹਾ, ਕੀ ਪਾਰਸ, ਤੁਸੀਂ ਸਵੇਰ ਤੋਂ ਗੱਡੀ ਚਲਾ ਰਹੇ ਹੋ, ਮੈਨੂੰ ਭੁੱਖ ਲੱਗੀ ਹੈ। ਬਸ ਬਾਨੀ, ਕੁਝ ਸਮਾਂ ਹੋਰ, ਫਿਰ ਮੈਂ ਤੈਨੂੰ ਹਾਈਵੇ ਤੇ ਸਭ ਤੋਂ ਵਧੀਆ ਸੁਪਰ ਹੋਟਲ ਵਿੱਚ ਪਾਰਟੀ ਦੇਵਾਂਗਾ, ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ। ਪਾਰਸ ਨੇ ਮੁਸਕਰਾਉਂਦੇ ਹੋਏ ਕਿਹਾ, ਠੀਕ ਹੈ ਬਾਬਾ, ਜਿੱਥੇ ਮਰਜ਼ੀ ਚੱਲੋ ਤੁਸੀਂ, ਬਾਨੀ ਨੇ ਮੁਸਕਰਾ ਕੇ ਕਿਹਾ। ਫਿਰ ਕੁਝ ਦੇਰ ਸਫ਼ਰ ਕਰਨ ਤੋਂ ਬਾਅਦ ਸੜਕ ਦੇ ਸੱਜੇ ਪਾਸੇ ਇੱਕ ਵੱਡਾ ਸੁੰਦਰ ਮਹਿੰਗਾ ਹੋਟਲ ਆਇਆ।
ਪਾਰਸ ਨੇ ਗੱਡੀ ਉੱਥੇ ਖੜੀ ਕੀਤੀ ਤੇ ਬਾਣੀ ਦਾ ਹੱਥ ਫੜ ਕੇ ਉਹ ਮੁਸਕਰਾਉਂਦਾ ਹੋਇਆ ਹੋਟਲ ਵਿੱਚ ਦਾਖਲ ਹੋਇਆ। ਫਿਰ ਦੋਵੇਂ ਇਕੱਠੇ ਟੇਬਲ ਤੇ ਬੈਠ ਕੇ ਖਾਣੇ ਦਾ ਆਰਡਰ ਦਿੱਤਾ। ਕੁਝ ਸਮੇਂ ਬਾਅਦ ਖਾਣਾ ਆਇਆ ਤੇ ਦੋਵੇਂ ਗੱਲਾਂ ਕਰਦਿਆਂ ਖਾਣਾ ਸ਼ੁਰੂ ਕਰ ਦਿੱਤਾ। ਖਾਣਾ ਖਾਣ ਤੋਂ ਬਾਅਦ ਪਾਰਸ ਨੇ ਪੈਸੇ ਦਿੱਤੇ ਤੇ ਬਾਣੀ ਨੂੰ ਕਿਹਾ, ਬਾਣੀ ਤੂੰ ਗੱਡੀ ਦੇ ਕੋਲ ਪਹੁੰਚ, ਮੈਂ ਕੋਲਡ ਡਰਿੰਕ ਲੈ ਕੇ ਆਉਂਦਾ ਹਾਂ ਰਸਤੇ ਵਿੱਚ ਪੀਣ ਲਈ। ਠੀਕ ਹੈ ਪਾਰਸ, ਪਰ ਜਲਦੀ ਆ ਜਾਣਾ, ਕਹਿ ਕੇ ਬਾਣੀ ਉਸ ਹੋਟਲ ਤੋਂ ਬਾਹਰ ਆ ਗਈ। ਉਧਰ ਪਾਰਸ ਨੇ ਕੋਲਡ ਡਰਿੰਕ ਦੀ ਬੋਤਲ ਖਰੀਦੀ ਤੇ ਫਿਰ ਇਸ਼ਾਰਿਆਂ ਵਿੱਚ ਉੱਥੇ ਮੌਜੂਦ 4 ਲੜਕਿਆਂ ਨੂੰ ਕੁਝ ਕਿਹਾ ਤਾਂ ਉਹਨਾਂ ਨੇ ਅੰਗੂਠਾ ਦਿਖਾ ਕੇ ਠੀਕ ਹੋਣ ਦਾ ਇਸ਼ਾਰਾ ਕੀਤਾ। ਫਿਰ ਪਾਰਸ ਨੇ ਆਪਣੀ ਜੇਬ ਵਿੱਚੋਂ ਕੁਝ ਪੁੜੀ ਕੱਢ ਕੇ ਕੋਲਡ ਡਰਿੰਕ ਵਿੱਚ ਮਿਲਾਉਣੀ ਸ਼ੁਰੂ ਕਰ ਦਿੱਤੀ। ਫਿਰ ਮੁਸਕਰਾ ਕੇ ਕੋਲਡ ਡਰਿੰਕ ਲੈ ਕੇ ਆਪਣੀ ਗੱਡੀ ਵੱਲ ਤੁਰ ਪਿਆ। ਗੱਡੀ ਦੇ ਨੇੜੇ ਪਹੁੰਚ ਕੇ ਪਾਰਸ ਨੇ ਕੋਲਡ ਡਰਿੰਕ ਬਾਣੀ ਨੂੰ ਫੜਾਉਂਦਿਆਂ ਕਿਹਾ, ਲਓ ਜਾਨੂ, ਥੋੜਾ ਠੰਡਾ ਪੀ ਲਵੋ, ਫਰੈਸ਼ ਹੋ ਜਾਵੋਗੇ, ਤੇ ਗੱਡੀ ਵਿੱਚ ਬੈਠ ਗਿਆ। ਕੋਲਡ ਡਰਿੰਕ ਪੀਂਦੇ ਹੋਏ ਗੱਡੀ ਵਿੱਚ ਬੈਠੀ ਬਾਣੀ ਨੂੰ ਪੀਂਦੇ ਨਾਲ ਹੀ ਚੱਕਰ ਆਉਣ ਲੱਗੇ ਤੇ ਦੇਖਦੇ ਹੀ ਦੇਖਦੇ ਬਾਣੀ ਗੱਡੀ ਵਿੱਚ ਹੀ ਬੇਹੋਸ਼ ਹੋ ਗਈ। ਜਿਵੇਂ ਹੀ ਬਾਣੀ ਬੇਹੋਸ਼ ਹੋਈ ਤਾਂ ਪਾਰਸ ਨੇ ਇਸ਼ਾਰਾ ਕੀਤਾ ਤੇ ਇੱਕ ਹੋਰ ਗੱਡੀ ਪਾਰਸ ਦੀ ਗੱਡੀ ਦੇ ਬਿਲਕੁਲ ਕੋਲ ਆ ਕੇ ਰੁਕੀ ਤਾਂ 4 ਲੜਕੇ ਉਸ ਤੋਂ ਹੇਠਾਂ ਉਤਰੇ ਜਿਨ੍ਹਾਂ ਦੇ ਮੂੰਹ ਤੇ ਕੱਪੜਾ ਸੀ। ਫਿਰ ਪਾਰਸ ਨੇ ਬਾਣੀ ਦੇ ਮੂੰਹ ਤੇ ਕੱਪੜਾ ਬੰਨ੍ਹ ਦਿੱਤਾ, ਉਸਦੇ ਦੋਵੇਂ ਹੱਥ ਤੇ ਪੈਰ ਬੰਨ੍ਹ ਦਿੱਤੇ। ਫਿਰ ਸਭ ਨੇ ਮਿਲ ਕੇ ਬਾਣੀ ਨੂੰ ਪਾਰਸ ਦੀ ਕਾਰ ਵਿੱਚੋਂ ਬਾਹਰ ਕੱਢ ਕੇ ਆਪਣੀ ਕਾਰ ਵਿੱਚ ਬਿਠਾਇਆ ਤੇ ਪਾਰਸ ਦੇ ਹੱਥ ਵਿੱਚ ਪੈਸਿਆਂ ਦਾ ਬੰਡਲ ਰੱਖ ਕੇ ਕਿਹਾ, ਪੂਰੇ 5 ਲੱਖ ਹਨ। ਫਿਰ ਮੁਸਕਰਾਉਂਦੇ ਹੋਏ ਉਹਨਾਂ ਦੀ ਗੱਡੀ ਤੇਜ਼ ਰਫ਼ਤਾਰ ਨਾਲ ਉੱਥੋਂ ਰਵਾਨਾ ਹੋ ਗਈ। ਪਾਰਸ ਪੈਸਿਆਂ ਨੂੰ ਫੜ ਕੇ ਮੁਸਕਰਾ ਰਿਹਾ ਸੀ। ਉਹ ਗੱਡੀ ਵਿੱਚ ਬੈਠ ਗਿਆ ਤੇ ਗੱਡੀ ਸਟਾਰਟ ਕਰਕੇ ਤੇਜ਼ ਰਫ਼ਤਾਰ ਨਾਲ ਰਵਾਨਾ ਹੋ ਗਿਆ। ਪਾਸ਼ੋ ਬਾਈ ਦਾ ਕੋਠਾ ਪੂਰੀ ਤਰ੍ਹਾਂ ਫੁੱਲਾਂ ਨਾਲ ਸਜਿਆ ਹੋਇਆ ਸੀ। ਪਾਸ਼ੋ ਬਾਈ ਸੋਫੇ ਤੇ ਬੈਠੀ ਮੁਸਕਰਾ ਰਹੀ ਸੀ ਤੇ ਉਸਦੇ ਸਾਹਮਣੇ ਸੋਫੇ ਤੇ ਕੁਝ ਲੋਕ ਮੁਸਕਰਾਉਂਦੇ ਚਿਹਰਿਆਂ ਨਾਲ ਬੈਠੇ ਸਨ। ਉਸੇ ਵੇਲੇ ਕੋਟ ਪੈਂਟ ਪਹਿਨੇ ਇੱਕ ਵਿਅਕਤੀ ਨੇ ਕਿਹਾ, ਪਾਸ਼ੋ ਬਾਈ, ਹੋਰ ਕਿੰਨਾ ਸਮਾਂ ਲੱਗੇਗਾ? ਹੁਣ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਆਹ ਘੱਟੋ ਘੱਟ ਅੱਜ ਦਾ ਨਵਾਂ ਮਾਲ ਤਾਂ ਦਿਖਾਓ। ਉਦੋਂ ਹੀ ਦੂਜੇ ਨੇ ਕਿਹਾ, ਹਾਂ ਪਾਸ਼ੋ ਬਾਈ, ਹੁਣ ਸਾਡੇ ਸਬਰ ਦੀ ਵੀ ਹੱਦ ਟੁੱਟ ਰਹੀ ਹੈ, ਜਲਦੀ ਬੁਲਾਓ। ਹਾਏ, ਆਪਣੀ ਬੇਚੈਨੀ ਨੂੰ ਥੋੜਾ ਸ਼ਾਂਤ ਰੱਖੋ। ਅੱਜ ਦਾ ਮਾਲ ਲੱਖਾਂ ਦਾ ਨਹੀਂ, ਕਰੋੜਾਂ ਵਿੱਚ ਇੱਕ ਹੈ। ਅਜਿਹਾ ਸੁੰਦਰ ਹੀਰਾ ਅੱਜ ਲੈ ਕੇ ਆਏ ਹਾਂ। ਕੀ ਤੁਸੀਂ ਵੀ ਕਹੋਗੇ? ਪਾਸ਼ੋ ਬਾਈ, ਕਿਹਾ ਚੀਜ਼ ਹੈ? ਕਹਿੰਦੀ ਹੋਈ ਪਾਸ਼ੋ ਬਾਈ ਨੇ ਦਲਗੀਰ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ, ਦਲਗੀਰ, ਜਾਓ ਤੇ ਕੁੜੀ ਨੂੰ ਤਿਆਰ ਕਰਕੇ ਲਿਆਓ ਤੇ ਰਾਜਾ ਨੂੰ ਕਹੋ ਬੋਲੀ ਦਾ ਸਮਾਂ ਹੋ ਗਿਆ ਹੈ, ਜਲਦੀ ਆ ਜਾਵੇ। ਠੀਕ ਹੈ ਮਾਲਕਣ, ਕਹਿੰਦਾ ਹੋਇਆ ਦਲਗੀਰ ਉੱਥੋਂ ਚਲਾ ਗਿਆ। ਥੋੜੀ ਦੇਰ ਬਾਅਦ ਲਾਲ ਕੱਪੜੇ ਤੇ ਉਸਦੇ ਸਿਰ ਤੇ ਇੱਕ ਲਾਲ ਚੁੰਨੀ ਨਾਲ ਮੂੰਹ ਢੱਕਿਆ ਹੋਇਆ 4 ਜਣੇ ਇੱਕ ਕੁੜੀ ਨੂੰ ਫੜ ਕੇ ਪਾਸ਼ੋ ਬਾਈ ਦੇ ਕੋਲ ਲੈ ਕੇ ਆਏ ਤੇ ਮੇਜ਼ ਤੇ ਬਿਠਾ ਦਿੱਤਾ। ਥੋੜੀ ਦੇਰ ਬਾਅਦ ਰਾਜਾ ਵੀ ਮੁਸਕਰਾਉਂਦਾ ਹੋਇਆ ਉੱਥੇ ਪਹੁੰਚ ਗਿਆ ਤੇ ਬੋਲਿਆ, ਤੁਸੀਂ ਸਾਰੇ ਹਾਜ਼ਰ ਹੋ ਤੇ ਤੁਹਾਡੀ ਸੇਵਾ ਵਿੱਚ ਅੱਜ ਫੇਰ ਇੱਕ ਨੌਜਵਾਨ ਕੱਚੀ ਕਲੀ ਲੈ ਕੇ ਆਏ ਹਾਂ ਜੋ ਬਹੁਤ ਸੋਹਣੀ ਤੇ ਲਾਜਵਾਬ ਹੈ, ਜਿਸ ਦਾ ਨਸ਼ਾ ਇੱਕ ਵਾਰ ਲੱਗ ਜਾਵੇ ਤਾਂ ਉਤਰਨ ਦਾ ਨਾਂ ਨਹੀਂ ਲੈਂਦਾ। ਇਸ ਲਈ ਅੱਜ ਦੀ ਬੋਲੀ 5 ਲੱਖ ਤੋਂ ਸ਼ੁਰੂ ਹੁੰਦੀ ਹੈ। ਇਹ ਤਾਂ ਠੀਕ ਹੈ ਰਾਜਾ ਭਾਈ, ਪਰ ਇੱਕ ਵਾਰ ਮੂੰਹ ਤਾਂ ਦਿਖਾ ਦਿਓ, ਰਾਜਾ ਨੇ ਮੁਸਕਰਾਉਂਦੇ ਹੋਏ ਕਿਹਾ। ਤੁਸੀਂ ਜਾਣਦੇ ਹੋ ਕਿ ਜਦੋਂ ਤੱਕ ਬੋਲੀ ਨਾ ਹੋ ਜਾਵੇ ਤੇ ਖਰੀਦਦਾਰ ਕੁੜੀ ਨੂੰ ਖਰੀਦ ਨਾ ਲਵੇ, ਉਦੋਂ ਤੱਕ ਮੂੰਹ ਨਹੀਂ ਦਿਖਾਇਆ ਜਾਂਦਾ ਹੈ। ਇਹ ਇੱਕ ਤੋਹਫਾ ਹੈ, ਤੁਸੀਂ ਇੰਨਾ ਭਰੋਸਾ ਕਰ ਸਕਦੇ ਹੋ ਤੇ ਤੁਸੀਂ ਸਾਡੇ ਪੁਰਾਣੇ ਗਾਹਕ ਹੋ। ਥੋੜਾ ਸਬਰ ਰੱਖੋ, ਮਾਲ ਜੋ ਅਸੀਂ ਕਿਹਾ ਸੀ ਉਸ ਨਾਲੋਂ ਵਧੀਆ ਹੋਵੇਗਾ, ਤੁਸੀਂ ਚਿੰਤਾ ਨਾ ਕਰੋ। ਚਲੋ ਬੋਲੀ ਸ਼ੁਰੂ ਕਰਦੇ ਹਾਂ। ਪਹਿਲੀ ਬੋਲੀ, 5 ਲੱਖ ਤੋਂ। ਮੇਰੀ ਬੋਲੀ 6 ਲੱਖ ਹੈ, ਕੋਟ ਪੈਂਟ ਵਾਲੇ ਨੇ ਕਿਹਾ। ਮੇਰੇ 7 ਲੱਖ, ਇੱਕ ਗੰਜੇ ਬੰਦੇ ਨੇ ਮੁਸਕਰਾਉਂਦੇ ਹੋਏ ਕਿਹਾ। ਮੇਰੇ 10 ਲੱਖ, ਕੋਟ ਪੈਂਟ ਵਾਲੇ ਨੇ ਕਿਹਾ। ਰਾਜਾ ਨੇ ਮੁਸਕਰਾਉਂਦੇ ਹੋਏ ਕਿਹਾ, 10 ਲੱਖ ਵਿੱਚ ਜਨਾਬ ਇਹ ਕੁੜੀ ਤੁਹਾਡੀ ਹੋਈ, ਜਾਓ ਤੇ ਜਿਵੇਂ ਤੁਸੀਂ ਚਾਹੋ ਮਸਤੀ ਕਰ ਸਕਦੇ ਹੋ। ਉਸ ਵਿਅਕਤੀ ਨੇ ਮੁਸਕਰਾਉਂਦੇ ਹੋਏ ਰਾਜਾ ਨੂੰ ਨੋਟਾਂ ਦਾ ਬੰਡਲ ਫੜਾਉਂਦੇ ਹੋਏ ਕਿਹਾ, ਉਹ ਤਾਂ ਠੀਕ ਹੈ, ਪਰ ਹੁਣ ਮੂੰਹ ਤਾਂ ਵਿਖਾ ਦਿਓ, ਮੈਂ ਵੀ ਚੰਨ ਦੇ ਦਰਸ਼ਨ ਕਰ ਲਵਾਂ। ਮੈਨੂੰ 10 ਲੱਖ ਦਿੱਤੇ ਦਾ ਲਾਭ ਹੋਇਆ ਹੈ ਜਾਂ ਫਿਰ ਮੈਂ ਨੁਕਸਾਨ ਵਿੱਚ ਹਾਂ? ਹਾਂ ਹਾਂ, ਕਿਉਂ ਨਹੀਂ ਜਨਾਬ, ਹੁਣ ਇਹ ਤੁਹਾਡੀ ਹੈ, ਤੁਸੀਂ ਜ਼ਰੂਰ ਵਿਕ ਸਕਦੇ ਹੋ, ਪਰ ਮੈਂ ਦਾਅਵਾ ਕਰਦਾ ਹਾਂ ਕਿ ਤੁਹਾਨੂੰ ਲਾਭ ਹੋਵੇਗਾ। ਇਹ ਕਹਿ ਕੇ ਰਾਜਾ ਨੇ ਉਸ ਕੁੜੀ ਦੇ ਮੂੰਹ ਤੋਂ ਪਰਦਾ ਹਟਾ ਦਿੱਤਾ। ਉਹ ਕੁੜੀ ਦਾ ਚਿਹਰਾ ਦੇਖ ਕੇ ਹਰ ਕੋਈ ਬਹੁਤ ਮੁਸਕਰਾ ਰਿਹਾ ਸੀ, ਪਰ ਹੁਣ ਰਾਜਾ ਦਾ ਚਿਹਰਾ ਪੂਰੀ ਤਰ੍ਹਾਂ ਸੁੱਕ ਰਿਹਾ ਸੀ। ਉਸ ਦੀਆਂ ਅੱਖਾਂ ਵੱਡੀਆਂ ਵੱਡੀਆਂ ਹੋ ਰਹੀਆਂ ਸਨ, ਜਿਵੇਂ ਉਸਦੀ ਜੀਭ ਉਸਦੇ ਗਲੇ ਵਿੱਚ ਫਸ ਗਈ ਹੋਵੇ। ਉਸਦੇ ਮੱਥੇ ਤੇ ਪਸੀਨਾ ਵਗਣ ਲੱਗਾ। ਬੇਚੈਨ ਅੱਖਾਂ ਨਾਲ ਰੋਂਦੇ ਹੋਏ ਉਸਨੇ ਉਸ ਕੁੜੀ ਦੇ ਪੈਰ ਫੜ ਲਏ ਤੇ ਕਿਹਾ, ਬਾਣੀ ਬੇਟੀ, ਤੁਸੀਂ ਇੱਥੇ ਕਿਵੇਂ? ਕਹਿੰਦੇ ਹੋਏ ਦੀ ਜੀਭ ਗਲੇ ਵਿੱਚ ਫਸ ਗਈ। ਜਿਵੇਂ ਹੀ ਉਹਨਾਂ ਨੇ ਰਾਜਾ ਦੇ ਮੂੰਹੋਂ ਬਾਣੀ ਬੇਟੀ ਵਾਲੀ ਗੱਲ ਸੁਣੀ ਤਾਂ ਉੱਥੇ ਮੌਜੂਦ ਸਾਰੇ ਲੋਕ ਰਾਜਾ ਤੇ ਉਸ ਲੜਕੀ ਨੂੰ ਹੈਰਾਨੀ ਨਾਲ ਦੇਖਣ ਲੱਗੇ। ਬਾਣੀ ਨੇ ਰੋਂਦੇ ਹੋਏ ਕਿਹਾ, ਪਾਪਾ, ਮੈਂ ਤੁਹਾਨੂੰ ਕਿੰਨਾ ਚੰਗਾ ਬੰਦਾ ਸਮਝਦੀ ਸੀ, ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਸੀ, ਪਰ ਜਾਪਦਾ ਹੈ ਕਿ ਅੱਜ ਤੁਹਾਡੇ ਕੀਤੇ ਪਾਪ ਨੇ
ਮੈਨੂੰ ਇਸ ਨਰਕ ਤੇ ਅਪਮਾਨ ਦੀ ਦਲਦਲ ਵਿੱਚ ਫਸਾਇਆ ਹੈ। ਇਹ ਕਹਿੰਦਿਆਂ ਬਾਣੀ ਨੇ ਪਾਰਸ ਵੱਲੋਂ ਕੀਤੇ ਧੋਖੇ ਦਾ ਸਾਰਾ ਵੇਰਵਾ ਰੋਂਦੇ ਹੋਏ ਸੁਣਾ ਦਿੱਤਾ। ਰਾਜਾ ਨੇ ਉਸਨੂੰ ਜੱਫੀ ਪਾਉਂਦੇ ਹੋਏ ਕਿਹਾ, ਨਹੀਂ ਮੇਰੀ ਬੇਟੀ ਨਾ ਰੋ, ਮੇਰੇ ਕੋਲੋਂ ਗਲਤੀ ਹੋਈ ਹੈ, ਮੇਰੇ ਕੋਲੋਂ ਪਾਪ ਹੋਏ ਨੇ। ਕਹਿੰਦਾ ਹੋਇਆ ਰਾਜਾ ਨੇ ਰੋਂਦੇ ਹੋਏ ਪਾਸ਼ੋ ਬਾਈ ਦੇ ਪੈਰ ਫੜ ਕੇ ਕਿਹਾ, ਮਾਲਕਣ ਇਹ ਮੇਰੀ ਬੇਟੀ ਹੈ, ਮੇਰੀ ਆਪਣੀ ਧੀ ਹੈ, ਮੈਨੂੰ ਨਹੀਂ ਪਤਾ ਸੀ, ਇਸ ਨੂੰ ਛੱਡ ਦਿਓ, ਮਾਲਕਣ ਇਸ ਨੂੰ ਜਾਣ ਦਿਓ। ਪਾਸ਼ੋ ਬਾਈ ਨੇ ਮੁਸਕਰਾਉਂਦੇ ਹੋਏ ਰਾਜਾ ਨੂੰ ਧੱਕਾ ਦੇ ਕੇ ਕਿਹਾ, ਰਾਜਾ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਇੱਕ ਵਾਰ ਜਿਹੜੀ ਕੁੜੀ ਪਾਸ਼ੋ ਬਾਈ ਦੀ ਕੋਠੇ ਤੇ ਆ ਜਾਂਦੀ ਹੈ, ਭਾਵੇਂ ਉਹ ਕੋਈ ਵੀ ਹੋਵੇ, ਉਹ ਇੱਥੋਂ ਨਹੀਂ ਜਾ ਸਕਦੀ। ਉਸ ਨੂੰ ਸਾਡੇ ਅਨੁਸਾਰ ਧੰਦਾ ਕਰਨਾ ਪੈਂਦਾ ਹੈ ਤੇ ਅੱਜ ਇਸ ਦੀ ਨੱਥ ਉਤਰਾਈ ਦੀ ਰਸਮ ਹੈ। ਅਸੀਂ ਗਾਹਕ ਤੋਂ ਪੈਸੇ ਵੀ ਲੈ ਲਏ ਹਨ, ਇਸ ਲਈ ਮੈਂ ਇਸ ਨੂੰ ਛੱਡ ਨਹੀਂ ਸਕਦੀ। ਨਹੀਂ ਪਾਸ਼ੋ ਬਾਈ, ਮੈਂ ਇੰਨੇ ਦਿਨ ਤੁਹਾਡੀ ਸੇਵਾ ਕੀਤੀ ਹੈ, ਤੁਸੀਂ ਜਿਵੇਂ ਕਿਹਾ ਮੈਂ ਸਭ ਕੁਝ ਕੀਤਾ ਹੈ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਹ ਮੇਰੀ ਧੀ ਹੈ, ਇਸ ਨੂੰ ਇਸ ਦਲਦਲ ਵਿੱਚ ਨਾ ਫਸਾਓ, ਇਸ ਨੂੰ ਇਸ ਨਰਕ ਵਿੱਚੋਂ ਨਾ ਸਾੜੋ, ਇਸ ਨੂੰ ਜਾਣ ਦਿਓ। ਰਾਜਾ ਤੂੰ ਸੇਵਾ ਕੀਤੀ ਤਾਂ ਬਦਲੇ ਵਿੱਚ ਮੈਂ ਤੈਨੂੰ ਪੈਸੇ ਵੀ ਦਿੱਤੇ ਹਨ, ਤੂੰ ਜਦੋਂ ਜਿੰਨੇ ਮੰਗੇ ਮੈਂ ਉਨੇ ਪੈਸੇ ਦਿੱਤੇ ਹਨ, ਪਰ ਇਹ ਤੁਹਾਡੀ ਧੀ ਹੈ, ਇਸ ਲਈ ਮੈਂ ਆਪਣੇ ਗਾਹਕ ਨੂੰ ਖਾਲੀ ਹੱਥ ਵਾਪਸ ਭੇਜ ਦੇਵਾਂ, ਮੈਂ ਆਪਣਾ ਧੰਦਾ ਛੱਡ ਦੇਵਾਂ? ਅਜਿਹਾ ਮੈਂ ਨਹੀਂ ਕਰ ਸਕਦੀ। ਇਸ ਲਈ ਅੱਜ ਇਸ ਦੀ ਨੱਥ ਉਤਾਰੀ ਕੀਤੀ ਜਾਵੇਗੀ। ਦਲਗੀਰ ਇਸ ਦੀ ਨੱਥ ਉਤਰਾਈ ਦੀ ਤਿਆਰੀ ਕਰ ਤੇ ਸਾਹਿਬ ਕੋਲ ਪੇਸ਼ ਕਰੋ। ਹਾਂ ਮਾਲਕਣ ਕਹਿ ਕੇ ਦਲਗੀਰ ਨੇ ਬਾਣੀ ਦਾ ਹੱਥ ਫੜ ਕੇ ਉਠਾਉਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਰਾਜਾ ਗੁੱਸੇ ਨਾਲ ਭੜਕ ਗਿਆ। ਉਸਨੇ ਕੋਲ ਰੱਖਿਆ ਚਾਕੂ ਚੁੱਕ ਕੇ ਦਲਗੀਰ ਤੇ ਮਾਰ ਦਿੱਤਾ। ਰਾਜਾ ਨੇ ਉਸਨੂੰ ਚਾਕੂ ਮਾਰਦੇ ਹੋਏ ਕਿਹਾ, ਮੇਰੀ ਧੀ ਇਸ ਨਰਕ ਵਿੱਚ ਕਦੇ ਨਹੀਂ ਸੜੇਗੀ, ਜਦੋਂ ਤੱਕ ਮੈਂ ਜਿਉਂਦਾ ਹਾਂ। ਉਦੋਂ ਹੀ ਪਾਸ਼ੋ ਬਾਈ ਨੇ ਗੁੱਸੇ ਵਿੱਚ ਆ ਕੇ ਰਾਜਾ ਨੂੰ ਕਿਹਾ, ਇਹ ਤੂੰ ਠੀਕ ਨਹੀਂ ਕੀਤਾ, ਤੇ ਆਵਾਜ਼ ਮਾਰ ਕੇ ਆਪਣੇ 8-10 ਗੁੰਡਿਆਂ ਨੂੰ ਸੱਦਿਆ ਤੇ ਗੁੰਡਿਆਂ ਨੇ ਰਾਜਾ ਨੂੰ ਫੜ ਲਿਆ। ਪਾਸ਼ੋ ਬਾਈ ਨੇ ਕਿਹਾ, ਇਸ ਰਾਜਾ ਨੂੰ ਬਹੁਤ ਕੁੱਟੋ ਤੇ ਫਿਰ ਇਸ ਨੂੰ ਚੁੱਕ ਕੇ ਕੋਠੇ ਤੋਂ ਬਾਹਰ ਸੁੱਟ ਦਿਓ, ਸਾਨੂੰ ਅਜਿਹੇ ਲੋਕਾਂ ਦੀ ਲੋੜ ਨਹੀਂ ਹੈ। ਬਾਣੀ ਲਗਾਤਾਰ ਰੋ ਰਹੀ ਸੀ ਤੇ ਪਾਸ਼ੋ ਬਾਈ ਦੇ ਗੁੰਡੇ ਉਸ ਦਾ ਹੱਥ ਫੜ ਕੇ ਲੈ ਜਾ ਰਹੇ ਸਨ। ਰਾਜਾ ਕੁੱਟ ਖਾਂਦਾ ਹੋਇਆ ਲਗਾਤਾਰ ਰੌਲਾ ਪਾ ਰਿਹਾ ਸੀ, ਮੇਰੀ ਧੀ ਨੂੰ ਛੱਡ ਦਿਓ, ਜਾਣ ਦਿਓ ਉਸ ਨੂੰ। ਪਰ ਪਾਸ਼ੋ ਬਾਈ ਦੇ ਗੁੰਡਿਆਂ ਨੇ ਰਾਜਾ ਨੂੰ ਬਹੁਤ ਕੁੱਟਿਆ ਤੇ ਫਿਰ ਕੋਠੇ ਤੋਂ ਬਾਹਰ ਸੁੱਟ ਦਿੱਤਾ। ਅੱਧਾ ਮਰਿਆ ਰਾਜਾ ਲੰਗੜਾ ਕੇ ਪੁਲਿਸ ਸਟੇਸ਼ਨ ਵੱਲ ਭੱਜਿਆ। ਉੱਥੇ ਪਹੁੰਚ ਕੇ ਰਾਜਾ ਨੇ ਐਸਪੀ ਸਾਹਿਬ ਦੇ ਪੈਰ ਫੜ ਕੇ ਰੋਂਦੇ ਹੋਏ ਸਾਰੀ ਕਹਾਣੀ ਦੱਸੀ। ਮੈਨੂੰ ਜੇਲ੍ਹ ਵਿੱਚ ਡੱਕ ਦਿਓ, ਭਾਵੇਂ ਫਾਂਸੀ ਤੇ ਚੜਾ ਦਿਓ, ਪਰ ਮੇਰੀ ਧੀ ਨੂੰ ਬਚਾ ਲਓ, ਉਸ ਨੂੰ ਨਰਕ ਦੀ ਅੱਗ ਵਿੱਚ ਸੜਨ ਤੋਂ ਰੋਕੋ। ਸਾਹਿਬ ਇਹ ਸਭ ਸੁਣ ਕੇ ਐਸਪੀ ਸਾਹਿਬ ਨੇ ਪੁਲਿਸ ਵਾਲਿਆਂ ਨੂੰ ਤਿਆਰ ਕਰ ਲਿਆ ਤੇ ਰਾਜਾ ਨੂੰ ਨਾਲ ਲੈ ਕੇ ਪਾਸ਼ੋ ਬਾਈ ਦੇ ਕੋਠੇ ਤੇ ਰੇਡ ਕਰਨ ਚੱਲ ਪਏ। ਥੋੜੀ ਦੇਰ ਬਾਅਦ ਪੁਲਿਸ ਦੀ ਗੱਡੀ ਪਾਸ਼ੋ ਬਾਈ ਦੇ ਕੋਠੇ ਅੱਗੇ ਜਾ ਰੁਕੀ ਤੇ ਫਿਰ ਸਾਰੇ ਪੁਲਿਸ ਵਾਲੇ ਗੱਡੀ ਤੋਂ ਹੇਠਾਂ ਉਤਰ ਕੇ ਕੋਠੇ ਵੱਲ ਵਧਣ ਲੱਗੇ। ਉਹਨਾਂ ਨੇ ਅੱਗੇ ਰਾਜਾ ਲੰਗੜਾ ਕੇ ਤੁਰ ਰਿਹਾ ਸੀ। ਪੁਲਿਸ ਨੂੰ ਵੇਖ ਕੇ ਸਾਰੇ ਕੋਠੇ ਵਿੱਚ ਭਗਦੜ ਮਚ ਗਈ। ਰਾਜਾ ਬੇਚੈਨ ਅੱਖਾਂ ਨਾਲ ਕੋਠੇ ਦੀ ਹਰ ਥਾਂ ਆਪਣੀ ਧੀ ਨੂੰ ਲੱਭ ਰਿਹਾ ਸੀ। ਕਦੇ ਇਹ ਕਮਰਾ, ਕਦੇ ਉਹ ਕਮਰਾ, ਉਹ ਰੋ ਰਿਹਾ ਸੀ। ਠੋਕਰ ਮਾਰਦੇ ਕਦਮਾਂ ਨਾਲ ਸਾਰੇ ਕਮਰਿਆਂ ਵੱਲ ਭੱਜ ਰਿਹਾ ਸੀ। ਫਿਰ ਅਚਾਨਕ ਇੱਕ ਕਮਰਾ ਖੁੱਲ੍ਹਿਆ। ਉਸ ਕਮਰੇ ਦਾ ਨਜ਼ਾਰਾ ਦੇਖ ਕੇ ਰਾਜਾ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਰਾਜਾ ਦੀ ਜ਼ੁਬਾਨ ਗਲ ਨਾਲ ਲੱਗ ਗਈ। ਉਹ ਪੱਥਰ ਹੋ ਗਿਆ ਸੀ, ਜਿਵੇਂ ਉਸਦੇ ਸਰੀਰ ਵਿੱਚ ਕੋਈ ਜਾਨ ਨਾ ਬਚੀ ਹੋਵੇ। ਉਹ ਉੱਥੇ ਗੋਡਿਆਂ ਦੇ ਭਾਰ ਬੈਠ ਕੇ ਰੋਣ ਲੱਗ ਪਿਆ। ਉਸਨੇ ਵੇਖਿਆ ਕਿ ਬਾਣੀ ਦੇ ਦੋਵੇਂ ਹੱਥ ਤੇ ਦੋਵੇਂ ਲੱਤਾਂ ਬੈੱਡ ਦੇ ਚਾਰੇ ਕੋਨਿਆਂ ਨਾਲ ਬੰਨ੍ਹੀਆਂ ਹੋਈਆਂ ਸਨ। ਬਾਣੀ ਪੂਰੀ ਤਰ੍ਹਾਂ ਨੰਗੀ ਸੀ। ਉਸਦੇ ਸਰੀਰ ਤੇ ਕੋਈ ਕੱਪੜਾ ਨਹੀਂ ਸੀ। ਸਰੀਰ ਤੇ ਕਈ ਥਾਵਾਂ ਤੇ ਸੱਟਾਂ ਤੇ ਸਾਰਾ ਬੈੱਡ ਖੂਨ ਨਾਲ ਲਾਲ ਸੀ। ਬਾਣੀ ਦੇ ਦੋਵੇਂ ਹੱਥਾਂ ਤੇ ਪੈਰਾਂ ਤੋਂ ਬਹੁਤ ਖੂਨ ਵਹਿ ਰਿਹਾ ਸੀ। ਬਾਣੀ ਦਾ ਸਿਰ ਇੱਕ ਪਾਸੇ ਝੂਲ ਰਿਹਾ ਸੀ। ਅੱਖਾਂ ਖੁੱਲ੍ਹੀਆਂ ਸਨ, ਪਰ ਸਾਹ ਤੇ ਦਿਲ ਦੀ ਧੜਕਣ ਬੰਦ ਹੋ ਗਈ ਸੀ। ਬਾਣੀ ਮਰ ਚੁੱਕੀ ਸੀ। ਰਾਜਾ ਬਾਣੀ ਦੇ ਪੈਰ ਫੜ ਕੇ ਉੱਚੀ-ਉੱਚੀ ਰੋ ਰਿਹਾ ਸੀ ਤੇ ਆਪਣਾ ਸਿਰ ਬੈੱਡ ਨਾਲ ਮਾਰ ਕੇ ਕਹਿ ਰਿਹਾ ਸੀ, ਉਸ ਕੁੜੀ ਨੇ ਸੱਚ ਕਿਹਾ ਸੀ, ਭਾਵੇਂ ਮੈਂ ਆਪਣੇ ਪਾਪ ਤੱਕ ਨਾ ਪਹੁੰਚ ਸਕਾਂ, ਪਰ ਇੱਕ ਦਿਨ ਮੇਰਾ ਪਾਪ ਮੈਨੂੰ ਲੱਭਦਾ ਹੋਇਆ ਮੇਰੇ ਤੱਕ ਜ਼ਰੂਰ ਪਹੁੰਚ ਜਾਵੇਗਾ। ਮੈਨੂੰ ਮਾਫ਼ ਕਰ ਦੇ ਬਾਣੀ, ਬੇਟੀ, ਮੇਰੇ ਗੁਨਾਹ ਦੀ ਸਜ਼ਾ ਅੱਜ ਤੈਨੂੰ ਮਿਲੀ ਹੈ। ਮੈਂ ਜੋ ਵੀ ਗੁਨਾਹ ਕੀਤਾ ਹੈ, ਰੱਬ ਨੇ ਮੈਨੂੰ ਵੀ ਸਜ਼ਾ ਦਿੱਤੀ ਹੈ। ਜਦੋਂ ਤੂੰ ਹੀ ਨਹੀਂ ਰਹੀ ਤਾਂ ਮੈਂ ਵੀ ਜੀ ਕੇ ਕੀ ਕਰਾਂਗਾ। ਕਹਿੰਦੇ ਹੋਏ ਰਾਜਾ ਨੇ ਚਾਕੂ ਉਠਾਇਆ ਤੇ ਜ਼ੋਰ ਦੀ ਰੋਂਦੇ ਹੋਏ ਨੇ ਆਪਣੇ ਪੇਟ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਦੇਖਦੇ ਦੇਖੇ ਉਸਦੇ ਪੇਟ ਵਿੱਚੋਂ ਕਾਫੀ ਖੂਨ ਨਿਕਲ ਕੇ ਫਰਸ਼ ਤੇ ਵਹਿਣ ਲੱਗਾ ਤੇ ਕੁਝ ਹੀ ਪਲਾਂ ਵਿੱਚ ਰਾਜਾ ਦੀ ਮੌਤ ਹੋ ਗਈ। ਰਾਜਾ ਦੀ ਮੌਤ ਹੋ ਚੁੱਕੀ ਸੀ, ਪਰ ਇੱਕ ਆਵਾਜ਼ ਅਜੇ ਵੀ ਉਸ ਕੋਠੇ ਵਿੱਚ ਗੂੰਜ ਰਹੀ ਸੀ। ਭਾਵੇਂ ਇਨਸਾਨ ਆਪਣੇ ਪਾਪ ਤੱਕ ਨਹੀਂ ਪਹੁੰਚ ਸਕਦਾ, ਪਰ ਪਾਪ ਇੱਕ ਨਾ ਇੱਕ ਦਿਨ ਉਸ ਨੂੰ ਲੱਭਦਾ ਹੋਇਆ ਉਸ ਤੱਕ ਜ਼ਰੂਰ ਪਹੁੰਚ ਜਾਂਦਾ ਹੈ। ਪੁਲਿਸ ਨੇ ਆਪਣੀ ਬਾਕੀ ਕਾਰਵਾਈ ਪੂਰੀ ਕਰ ਲਈ ਤੇ ਪਾਸ਼ੋ ਬਾਈ ਦਾ ਕੋਠਾ ਹਮੇਸ਼ਾ ਲਈ ਸੀਲ ਕਰ ਦਿੱਤਾ ਗਿਆ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।